ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਚੱਕ ਦੇ ਟੀਵੀ ਦੇ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਕੁਝ ਤਾਜ਼ਾ ਤਰੀਨ ਖਬਰਾਂ ਔਰ ਚਲੰਤ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਿਰਫ ਸੁਰਖੀ ਤੱਕ ਤੁਹਾਨੂੰ ਮਹਿਦੂਦ ਨਾ ਰੱਖਿਆ ਜਾਵੇ, ਬਲਕਿ ਇੱਕ ਸਕਾਰਾਤਮਕ ਤੇ ਵਿਸਥਾਰਤ ਚਰਚਾ ਹੋਵੇ, ਤਾਂ ਕਿ ਚਰਚਾ ਤੋਂ ਬਾਅਦ ਕਿਸੇ ਵੀ ਮੁੱਦੇ ਜਾਂ ਕਿਸੇ ਵੀ ਖਬਰ ਦਾ ਸੱਚ ਜਿਹੜਾ ਆ ਉਹ ਤੁਹਾਡੇ ਅੱਗੇ ਰੱਖਿਆ ਜਾ ਸਕੇ। ਔਰ ਇਸ ਕੋਸ਼ਿਸ਼ ਦੇ ਵਿੱਚ ਬਕਾਇਦਾ ਸਟੂਡੀਓ 'ਚ ਮੇਰੇ ਨਾਲ ਮੌਜੂਦ ਰਹਿੰਦੇ ਨੇ ਉੱਗੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ ਜੀ ਜੀ ਆਇਆਂ ਕਿਨੇ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ। ਔਰ ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਰਾਕੇਸ਼ ਆਨੰਦ ਵੀ ਸਾਡੇ ਨਾਲ ਮੌਜੂਦ ਰਹਿਣਗੇ। ਆਨੰਦ ਸਾਹਿਬ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ। ਥੈਂਕਸ ਜਸਵੀਰ। ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਦੇ ਹਾਂ। ਪੰਜਾਬ ਦੀ ਸੱਤਾ ਦੇ ਵਿੱਚ ਲਗਾਤਾਰ 10 ਸਾਲ ਸੱਤਾ ਸੁੱਖ ਭੋਗਣ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਪੰਜਾਬ ਦੇ ਲੋਕਾਂ ਨੇ ਸੱਤਾ ਤੋਂ ਬਾਹਰ ਕੀਤਾ, ਇੰਨਾ ਕੁ ਬਾਹਰ ਕਰ ਦਿੱਤਾ ਕਿ ਵਿਰੋਧੀ ਧਿਰ ਦਾ ਨੇਤਾ ਚੁਣਨ ਤੱਕ ਦਾ ਵੀ ਮੌਕਾ ਨਹੀਂ ਦਿੱਤਾ ਗਿਆ। ਗੱਲ ਇੱਥੇ ਨਹੀਂ ਮੁੱਕੀ, ਬਲਕਿ ਅਕਾਲੀ ਦਲ ਲਈ ਉਹ ਸਥਿਤੀਆਂ ਬਣ ਗਈਆਂ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਪਹਿਲਾਂ ਸੱਤਾ ਤੋਂ ਬਾਹਰ ਹੋਏ, ਫਿਰ ਵਿਰੋਧੀ ਧਿਰ ਦੀ ਕੁਰਸੀ ਤੋਂ ਵੀ ਬਾਹਰ ਹੋ ਗਏ, ਤੇ ਹੁਣ ਇਹ ਹਾਲ ਹੈ ਕਿ ਪੰਜਾਬ ਤੋਂ ਬਾਹਰ ਜਾਣ ਦੀਆਂ ਤਿਆਰੀਆਂ ਕੀਤੀਆਂ ਜਾਪ ਰਹੀਆਂ ਨੇ। ਕਿਉਂਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਿਸ ਤਰੀਕੇ ਨਾਲ ਚੌਤਰਫਾ ਘਿਰਾਓ ਇਸ ਸਮੇਂ ਅਕਾਲੀ ਦਲ ਬਾਦਲ ਤੇ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਹੋ ਰਿਹਾ ਹੈ, ਉਹਨੇ ਕਈ ਤਰ੍ਹਾਂ ਦੇ ਇਸ਼ਾਰੇ ਦਿੱਤੇ ਨੇ। ਔਰ ਇਹਨਾਂ ਇਸ਼ਾਰਿਆਂ ਦੇ ਵਿੱਚੋਂ ਜਿਵੇਂ ਪਹਿਲਾਂ ਕੁਰੂਕਸ਼ੇਤਰ ਦੇ ਵਿੱਚ ਇੱਕ ਰੈਲੀ ਕੀਤੀ ਗਈ ਅਕਾਲੀ ਦਲ ਦੇ ਵੱਲੋਂ, ਔਰ ਉਸ ਤੋਂ ਬਾਅਦ ਹੁਣ ਚਰਚਾ ਇਹ ਚੱਲਦੀ ਪਈ ਹੈ ਕਿ ਯੂਪੀ ਦੇ ਸਹਾਰਨਪੁਰ ਦੇ ਵਿੱਚ ਵੀ 21 ਸਤੰਬਰ ਨੂੰ ਅਕਾਲੀ ਦਲ ਇੱਕ ਰੈਲੀ ਕਰਨ ਜਾ ਰਿਹਾ, ਔਰ ਉੱਤਰ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਆਪਣੇ ਪੈਰ ਪਸਾਰਨ ਦੀ ਕਵਾਇਦ ਜਿਹੜੀ ਹੈ ਇਹਦੇ ਵੱਲੋਂ ਲਗਾਤਾਰ ਪਹਿਲਾਂ ਵੀ ਕੀਤੀ ਜਾਂਦੀ ਸੀ, ਪਰ ਹੁਣ ਜ਼ਿਆਦਾ ਕੁਝ ਸਰਗਰਮੀ ਹੁੰਦੀ ਨਜ਼ਰ ਆ ਰਹੀ ਹੈ, ਜਿਹਨੂੰ ਲੈ ਕੇ ਕਾਂਗਰਸੀ ਆਗੂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਹੋਰਾਂ ਨੇ ਤਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਅਕਾਲੀ ਦਲ ਹੁਣ ਹਾਲਾਤਾਂ ਨੂੰ ਦੇਖਦਿਆਂ ਹੋਇਆ ਪੰਜਾਬ ਚੋਂ ਭੱਜ ਰਿਹਾ ਹੈ, ਪਲਾਇਨ ਕਰ ਰਿਹਾ ਹੈ, ਕਦੀ ਯੂਪੀ ਵੱਲ ਨੂੰ ਤੇ ਕਦੀ ਉੱਤਰ ਪ੍ਰਦੇਸ਼ ਵੱਲ ਨੂੰ। ਪਰ ਅਕਾਲੀ ਦਲ ਲਈ ਇਹ ਇਕੱਲੀ ਸਮੱਸਿਆ ਨਹੀਂ ਹੈ। ਅਕਾਲੀ ਦਲ ਲਈ ਇੱਕ ਹੋਰ ਸਮੱਸਿਆ ਵੱਡੀ ਇਹ ਪੈਦਾ ਹੋ ਗਈ ਹੈ ਕਿ ਜਿਸ ਬਾਦਲ ਪਰਿਵਾਰ ਦੀ ਕਦੇ ਸਿਫਤ ਕਰਦਿਆਂ ਅਕਾਲੀ ਲੀਡਰ ਥੱਕਿਆ ਨਹੀਂ ਕਰਦੇ ਸੀਗੇ, ਭਾਵੇਂ ਜੋ ਮਰਜ਼ੀ ਉਹਨਾਂ ਨਾਲ ਕੀਤਾ ਜਾਂਦਾ ਸੀਗਾ, ਉਸੇ ਹੀ ਬਾਦਲ ਪਰਿਵਾਰ ਨੂੰ ਹੁਣ ਭੰਡਣਾ ਸ਼ੁਰੂ ਕਰ ਦਿੱਤਾ ਆ ਵੱਖ-ਵੱਖ ਅਕਾਲੀ ਲੀਡਰਾਂ ਨੇ, ਤੇ ਆਪਣੇ ਆਪ ਨੂੰ ਟਕਸਾਲੀ ਅਕਾਲੀ ਸਾਬਤ ਕਰਨ ਦੀ ਕੱਲੇ ਦੇ ਵਿੱਚ ਜਿਹੜੀ ਆ ਪੰਜਾਬ 'ਚ ਹੋੜ ਲੱਗੀ ਹੋਈ ਹੈ। ਗੱਲ ਕਰ ਲਈਏ ਅਵਤਾਰ ਸਿੰਘ ਮੱਕੜ ਹੋਰਾਂ ਦੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਪਰ ਉਸ ਦੌਰ ਦੇ ਵਿੱਚ ਵੀ ਉਹ ਬਾਦਲ ਪਰਿਵਾਰ ਦੇ ਨਾਲ ਖੜੇ ਨਜ਼ਰ ਆਏ, ਟਸ ਤੋਂ ਮਸ ਨਹੀਂ ਹੋਏ। ਗੱਲ ਕੀਤੀ ਜਾਵੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ, ਬੜੇ ਵਫਾਦਾਰ ਨੇ, ਉਹਨਾਂ ਦੇ ਬੇਟੇ ਨੂੰ ਵਿੱਤ ਮੰਤਰਾਲਾ ਦਿੱਤਾ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ। ਭਗਵੰਤ ਮਾਨ ਦੇ ਖਿਲਾਫ ਲੋਕ ਸਭਾ ਚੋਣਾਂ ਦੇ ਵਿੱਚ ਖੜਾ ਕੀਤਾ, ਬੁਰੀ ਤਰ੍ਹਾਂ ਹਾਰ ਗਏ, ਤੇ ਕੋਈ ਗੱਲ ਨਹੀਂ, ਆਪਾਂ ਰਾਜ ਸਭਾ ਭੇਜ ਦਿੱਤਾ ਉਹਨੂੰ। ਜਥੇਦਾਰ ਤੋਤਾ ਸਿੰਘ, ਬੜੇ ਗੰਭੀਰ ਆਰੋਪ ਲੱਗੇ ਸੀਗੇ ਉਹਨਾਂ ਦੇ ਉੱਤੇ ਘੁਟਾਲਿਆਂ ਦੇ, ਕੋਈ ਗੱਲ ਨਹੀਂ, ਉਹਨਾਂ ਨੂੰ ਵੀ ਨਾਲ ਰੱਖਿਆ, ਉਹਨਾਂ ਨੂੰ ਟਿਕਟ ਦਿੱਤੀ ਗਈ, ਉਹਨਾਂ ਦੇ ਬੇਟੇ ਤੱਕ ਨੂੰ ਵੀ ਟਿਕਟ ਦਿੱਤੀ ਗਈ। ਪਰ ਇਹੀ ਲੀਡਰ ਹੁਣ ਆਵਾਜ਼ ਬੁਲੰਦ ਕਰ ਰਿਹਾ, ਇਹੀ ਲੀਡਰ ਕਹਿ ਰਿਹਾ ਕਿ ਬਾਦਲ ਪਰਿਵਾਰ ਨੇ ਗਲਤੀਆਂ ਕੀਤੀਆਂ ਜਿਹੜੀਆਂ ਅਕਾਲੀ ਦਲ ਨੂੰ ਭੁਗਤਣੀਆਂ ਪੈ ਰਹੀਆਂ ਨੇ। ਦੇਸਰਾਜ ਕਾਲੀ ਜੀ, ਮਾੜੇ ਦਿਨ ਔਰ ਇਸ ਤਰੀਕੇ ਦੇ ਮਾੜੇ ਦਿਨ ਆਮ ਤੌਰ ਤੇ ਕਿਹਾ ਜਾਂਦਾ ਕਿ ਬੁਰੇ ਦਿਨਾਂ ਦੇ ਵਿੱਚ ਆਪਣੇ ਵੀ ਮੂੰਹ ਪੁਆ ਜਾਂਦੇ ਆ, ਉਹੀ ਹਾਲ ਹੋ ਰਿਹਾ ਬਾਦਲ ਪਰਿਵਾਰ ਦੇ ਨਾਲ। ਜਸਵੀਰ, ਬੁਰੇ ਦਿਨ ਨਹੀਂ, ਦਰਅਸਲ 2015 ਵੇਲੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਹੈ, ਉਦੋਂ ਤੋਂ ਲੈ ਕੇ ਜੋ ਇੱਕ ਭੁਚਾਲ ਸੋਸ਼ੋ ਪੋਲੀਟੀਕਲ ਭੁਚਾਲ ਜਿਹਾ ਆਇਆ ਹੋਇਆ ਹੈ ਪੰਜਾਬ ਦੇ ਵਿੱਚ, ਉਹਨੇ ਸਾਰੀਆਂ ਪਾਰਟੀਆਂ ਦੀਆਂ ਭੁਆਟਣੀਆਂ ਲਿਆਤੀਆਂ ਜੀ। ਅਕਾਲੀ ਦਲ ਬੁਰਾ ਫਸ ਗਿਆ।
ਥੋੜ੍ਹਾ ਜਿਹਾ ਇਸ ਨੁਕਤੇ ਨੂੰ ਸਮਝਣ ਲਈ ਥੋੜ੍ਹਾ ਜਿਹਾ ਪਿੱਛੇ ਜਾਂਦੇ ਹਾਂ ਤਾਂ ਜਿਸ ਵੇਲੇ ਅਕਾਲੀ ਦਲ ਦੇ ਉੱਤੇ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੀ ਹੈ, ਪਰ ਜਿਸ ਵੇਲੇ ਸੁਖਬੀਰ ਬਾਦਲ ਹੋਰਾਂ ਕੋਲ ਕਮਾਂਡ ਆਉਂਦੀ ਹੈ ਤਾਂ ਕੁਝ ਸੀਨ ਅਕਾਲੀ ਦਲ 'ਚ ਚੇਂਜ ਹੁੰਦੇ ਨੇ ਜੀ। ਟਕਸਾਲੀ ਅਕਾਲੀ ਕਿਨਾਰੇ ਕਰ ਦਿੱਤੇ ਜਾਂਦੇ ਨੇ, ਹੌਲੀ ਹੌਲੀ ਇੱਕ ਇੱਕ ਕਰਕੇ ਟਕਸਾਲੀ ਪਰਿਵਾਰ ਵੀ ਕਿਨਾਰੇ ਕਰ ਦਿੱਤੇ ਜਾਂਦੇ ਨੇ। ਜਿਨ੍ਹਾਂ 'ਚ ਟੋੜਾ ਪਰਿਵਾਰ ਦਾ ਜ਼ਿਕਰ ਕੀਤਾ ਟੋੜਾ ਜਾ ਪਰਿਵਾਰ ਸਕਦਾ, ਦਾ, ਬਰਨਾਲਾ ਪਰਿਵਾਰ ਦਾ ਬਰਨਾਲਾ, ਜ਼ਿਕਰ ਕੀਤਾ ਜਾਂਦਾ, ਈਵਨ ਲੌਂਗੋਵਾਲ ਢੀਂਡਸਾ ਪਰਿਵਾਰ ਦਾ ਜ਼ਿਕਰ ਕੀਤਾ ਜਾ ਸਕਦਾ। ਜਾਂ ਜਿਹੜੇ ਨੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਟਕਸਾਲੀ ਅਕਾਲੀ ਆਗੂ ਜਿਹੜੇ ਸੀਗੇ, ਜਿਹੜੇ ਡਾਇਰੈਕਟਲੀ ਪੋਲੀਟੀਕਲੀ ਨਾ ਵੀ ਹੁਣ, ਉਹ ਜਥੇਦਾਰੀ ਦੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਦਾ ਬੜਾ ਨਾਮ ਥੇ ਹੁੰਦਾ ਸੀਗਾ ਔਰ ਲੋਕਾਂ ਦੇ ਕੰਮ ਕਰਵਾਉਂਦੇ ਸੀਗੇ। ਡਾਇਰੈਕਟ ਨਾ ਵੀ ਉਹ ਐਮਐਲਏ ਦੀ ਚੋਣ ਲੜਦੇ ਹੁਣ, ਬਟ ਐਮਐਲਏ ਦੀ ਚੋਣ ਨੂੰ ਪ੍ਰਭਾਵਿਤ ਕਰਨ ਜਿੰਨਾ ਰੁਤਬਾ ਰੱਖਦੇ ਸੀਗੇ, ਇੰਨਾ ਕੁ ਉਹਨਾਂ ਦਾ ਜਾਹੋ ਜਲਾਓ ਹੁੰਦਾ ਸੀਗਾ ਜੀ। ਤਾਂ ਉਹ ਕਿਨਾਰੇ ਹੋਣੇ ਸ਼ੁਰੂ ਹੋ ਗਏ ਸੁਖਬੀਰ ਬਾਦਲ ਹੋਰਾਂ ਦੇ ਆਉਣ ਨਾਲ। ਤਾਂ ਜਿਹੜੇ ਘੋਨੇ ਅਕਾਲੀ ਜੀ, ਜਿਹੜੀ ਨਿਊ ਰਿਚ ਪੈਜੈਂਟਰੀ ਸੀ, ਮੈਂ ਉਹਨਾਂ ਨੂੰ ਘੋਨੇ ਅਕਾਲੀ ਕੌਮੇ 'ਚ ਲਾ ਕੇ ਕਹਿਣਾ, ਕਿਉਂਕਿ ਲਗਭਗ ਨਿਊ ਰਿਚ ਪੈਜੈਂਟਰੀ ਦੇ ਸਾਰੇ ਨੌਜਵਾਨਾਂ ਨੇ ਕੇਸ ਕਟਵਾਈ ਦਿੱਤੇ ਸੀਗੇ। ਬਹੁਤ ਘੱਟ ਰਿਵਾਜ ਰਹਿ ਗਿਆ ਸੀਗਾ ਕੇਸ ਰੱਖਣ ਦਾ। ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ, ਖਾਸ ਕਰ ਜਿਹੜੇ ਨਵੇਂ ਹਰੀ ਕ੍ਰਾਂਤੀ ਤੋਂ ਨਵੇਂ ਅਮੀਰ ਹੋਏ ਸੀਗੇ, ਫਿਰ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਲੰਡੀ ਜੀਪ ਕਲਚਰ ਆ ਗਿਆ, ਗਨ ਕਲਚਰ ਆ ਗਿਆ, ਸ਼ੂਜ਼ ਕਲਚਰ ਆ ਗਿਆ, ਔਰ ਇਹ ਲਾਇਸੈਂਸ ਬਹੁਤ ਵੱਡੀ ਗਿਣਤੀ ਦੇ ਵਿੱਚ, ਇਹ ਖਬਰਾਂ ਵੀ ਆਈਆਂ, ਬਹੁਤ ਵੱਡੀ ਗਿਣਤੀ ਦੇ ਵਿੱਚ ਰਿਵਾਲਵਰ, ਪਿਸਟਲ, ਪਤਾ ਨਹੀਂ ਦੁਨਾਲੀਆਂ, ਕਾਹਦੇ ਲਾਇਸੈਂਸ ਦਿੱਤੇ ਗਏ। ਤਾਂ ਉਹ ਸਾਰੇ ਫਿਰ ਜਿਹਦੇ ਕੋਲ ਹਥਿਆਰ ਹੋਏਗਾ ਉਹ ਹਥਿਆਰ ਬੋਲੇਗਾ ਜੀ। ਫਿਰ ਗੈਂਗ ਵਾਰਸ ਸ਼ੁਰੂ ਹੋ ਗਈਆਂ, ਗੈਂਗਸਟਰ ਸ਼ੁਰੂ ਹੋ ਗਏ ਬੜੇ ਵੱਡੇ 10 ਸਾਲਾਂ ਦੇ ਵਿੱਚ 500 550 ਦੇ ਕਰੀਬ ਗੈਂਗ ਪੰਜਾਬ ਦੇ ਵਿੱਚ ਖੜੇ ਹੋ ਜਾਂਦੇ ਆ। ਸੋ ਉਹ ਸਾਰਾ ਜੋ ਹਾਲਾਤ ਸੋਸ਼ਲ ਹਾਲਾਤ ਬਦਲਦੇ ਨੇ, ਤਾਂ ਦੈਟਸ ਵਾਈ ਕਿ ਹੁਣ ਜਦੋਂ ਬੇਅਦਬੀ ਵਾਲਾ ਮਾਮਲਾ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਟਕਸਾਲੀਆਂ ਨੂੰ ਮਨਾਉਣ ਵਾਸਤੇ 6 ਮੈਂਬਰੀ ਕਮੇਟੀ ਬਣਾਉਣੀ ਪੈ ਗਈ ਜੀ, ਕਿਉਂਕਿ ਜਿਹੜੇ ਮੂਹਰੇ ਲੈ ਆਂਦੇ ਉਹਨਾਂ 'ਚ ਅਕਾਲੀ ਮਾਦਾ ਨਹੀਂ ਹੈ, ਜਿਹੜੇ ਪਿੱਛੇ ਧੱਕ ਦਿੱਤੇ ਉਹਨਾਂ 'ਚ ਅਕਾਲੀ ਮਾਦਾ ਹੈ, ਇਹਨਾਂ ਨਾਲ ਖੜ ਸਕਦੇ ਆ, ਲੜ ਸਕਦੇ ਆ। ਬੇਅਦਬੀ ਦੇ ਮਾਮਲੇ 'ਚ ਉਹ ਜ਼ਿਆਦਾ ਦੁਖੀ ਵੀ ਨੇ, ਉਹਨਾਂ ਦੇ ਹਿਰਦੇ ਵੀ ਬਲੂੰਦਰੇ ਹੋਏ ਨੇ। ਔਰ ਜਿਸ ਵੇਲੇ ਸਾਰੀ ਗਾਜ ਬਾਦਲ ਪਰਿਵਾਰ ਦੇ ਉੱਤੇ ਡਿੱਗ ਰਹੀ ਹੈ, ਮੁੱਖ ਮੰਤਰੀ ਦੇ ਉੱਤੇ ਡਿੱਗ ਰਹੀ ਆ, ਗ੍ਰਹਿ ਮੰਤਰੀ ਸਨ ਸੁਖਬੀਰ ਬਾਦਲ ਹੋਰੀ ਉਸ ਵੇਲੇ, ਡਿਪਟੀ ਮੁੱਖ ਮੰਤਰੀ ਸਨ ਉਸ ਵੇਲੇ, ਤਾਂ ਉਹ ਗਾਜ ਡਿੱਗ ਰਹੀ ਆ। ਤਾਂ ਹੁਣ ਉਸ ਗਾਜ ਤੋਂ ਬਚਣ ਵਾਸਤੇ ਫਿਰ ਉਹੀ ਅੱਕੀ ਪਲਾਹੀ ਹੱਥ ਮਾਰਿਆ ਜਾ ਰਿਹਾ, ਉਹੀ ਟਕਸਾਲੀ ਅਕਾਲੀਆਂ ਦਾ ਸਹਾਰਾ ਲਿਆ ਜਾ ਰਿਹਾ, ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਉਹ ਹੱਥ ਆ ਨਹੀਂ ਰਹੇ। ਸੋ ਇਹ ਪਰਿਵਾਰ ਬਹੁਤ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਹੈ। ਸੈਕੰਡ ਕੀ ਹੋ ਗਿਆ ਜਸਵੀਰ? ਸੈਕੰਡ ਇਹ ਹੋ ਗਿਆ ਕਿ ਬੜੇ ਲਾਇਲ ਜਿਹੜੇ ਮੰਨੇ ਜਾਂਦੇ ਸੀਗੇ ਬਾਦਲ ਪਰਿਵਾਰ ਦੇ ਵਿੱਚ, ਜਿਹੜੇ ਲੀਡਰਸ਼ਿਪ, ਜਿਵੇਂ ਅਵਤਾਰ ਮੱਕੜ ਹੋਰਾਂ ਦੇ ਉੱਤੇ ਕਦੇ ਵੀ ਇਹ ਸੋਚਿਆ ਵੀ ਨਹੀਂ ਜਾ ਸਕਦਾ, ਕਿਆਸਿਆ ਵੀ ਨਹੀਂ ਜਾ ਸਕਦਾ ਕਿ ਉਹ ਇਸ ਲੈਵਲ ਤੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਬਾਰੇ ਗੱਲਾਂ ਕਰਨ। ਉਹਨੇ ਸਾਫ਼ ਕਿਹਾ, ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਬਾਦਲ ਸਾਹਿਬ ਜਿਸ ਵੇਲੇ ਕਿਸਾਨਾਂ ਨੇ ਮੁਜ਼ਾਹਰੇ ਕੀਤੇ, ਧਰਨੇ ਦਿੱਤੇ, ਰੇਲਾਂ ਰੋਕੀਆਂ, ਆਵਾਜਾਈ ਰੋਕੀ, ਉਸ ਵੇਲੇ ਅਸੀਂ ਕੋਈ ਇਸ ਤਰ੍ਹਾਂ ਦਾ ਡਾਂਗ ਸੋਟਾ ਜਾਂ ਗੋਲੀ ਚਲਾਈ? ਉਹ ਕਹਿੰਦੇ ਜੀ ਨਹੀਂ ਚਲਾਈ। ਕਹਿੰਦੇ ਜਿਸ ਵੇਲੇ ਸਿਰਸੇ ਸਾਧ ਦੇ ਚੇਲਿਆਂ ਨੇ ਉਹਦੀ ਫਿਲਮ ਨੂੰ ਲੈ ਕੇ ਹੁੜਦੰਗ ਮਚਾਇਆ ਤੇ ਪੰਜਾਬ ਦਾ ਨੱਕਦਮ ਕਰ ਦਿੱਤਾ, ਖਾਸ ਕਰ ਬਠਿੰਡੇ ਦੇ ਹਲਕਿਆਂ ਦੇ ਵਿੱਚ, ਤਾਂ ਉਸ ਵੇਲੇ ਅਸੀਂ ਲਾਠੀ ਚਾਰਜ ਕੀਤਾ ਜਾਂ ਗੋਲੀ ਚਲਾਈ? ਅਖੇ ਨਹੀਂ ਚਲਾਈ। ਤਾਂ ਭਾਈ ਫਿਰ ਬਾਈਬਲ ਕਲਾਂ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ ਦੇ ਉੱਤੇ ਗੋਲੀ ਚਲਾਉਣ ਦੀ ਨੌਬਤ ਕਿਉਂ ਆ ਗਈ ਸੀ? ਇਹਦੇ ਇੱਕ ਮਤਲਬ ਇਹ ਵੀ ਕੱਢਿਆ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੈਂ ਹੁਕਮ ਨਹੀਂ ਦਿੱਤਾ, ਔਰ ਮੱਕੜ ਦਾ ਬਿਆਨ ਕਹਿੰਦਾ ਕਿ ਉਹਨਾਂ ਨੇ ਹੀ ਹੁਕਮ ਦਿੱਤੇ ਹੋਣਗੇ, ਉਹਨਾਂ ਦੀ ਸਰਕਾਰ। ਸਾਰਿਆਂ ਦਾ ਬਿਆਨ, ਸੁਖਦੇਵ ਸਿੰਘ ਢੀਂਡਸੇ ਹੋਰਾਂ ਨੂੰ ਤੁਸੀਂ ਸੁਣ ਲਓ, ਸੁਖਦੇਵ ਸਿੰਘ ਭੌਰ ਬਹੁਤ ਜ਼ਿਆਦਾ 20-25 ਮਿੰਟ ਦੀ ਵੀਡੀਓ ਉਹਨਾਂ ਦੀ ਆਈ ਹੋਈ ਹੈ, ਜਿਹੜੀ ਕਿਸੇ ਸੰਬੋਧਨ ਕਰ ਰਹੇ ਨੇ, ਕਿਸੇ ਇਕੱਠ ਨੂੰ ਸੰਬੋਧਨ ਕਰ ਰਹੇ ਨੇ। ਉਹ ਸਾਫ਼ ਕਹਿ ਰਹੇ ਨੇ ਕਿ ਭਾਈ ਜਿਸ ਵੇਲੇ 14 ਦੇ ਵਿੱਚ ਖੱਟਰ ਸਰਕਾਰ ਬਣੀ ਹੈ ਤਾਂ ਬੀਜੇਪੀ ਵਾਲਿਆਂ ਨੇ ਸਿਰਸਾ ਸਾਧ ਕੋਲ ਪਹੁੰਚ ਕੀਤੀ,
ਕਿ ਭਾਈ ਤੁਸੀਂ ਸਾਡੀ ਮਦਦ ਕਰੋ, ਜੀ। ਤਾਂ ਉਹ ਕਹਿੰਦੇ ਕਿ ਅਸੀਂ ਤੁਹਾਡੀ ਮਦਦ ਕਰ ਦਿਆਂਗੇ, ਪਰ ਜਿਹੜੀ ਤੁਹਾਡੀ ਭਾਈਵਾਲ ਪਾਰਟੀ ਹੈ ਸੈਂਟਰ ਦੇ ਵਿੱਚ ਪੰਜਾਬ ਦੀ, ਉਸ ਪਾਰਟੀ ਨੇ ਤੇ ਸਾਡਾ ਬਾਈਕਾਟ ਕੀਤਾ ਕਰ ਰੱਖਿਆ ਹੋਇਆ, ਸਾਡੀ ਫਿਲਮ ਨਹੀਂ ਚੱਲਣ ਦੇ ਰਹੇ, ਸਾਡਾ ਅਕਾਲ ਤਖਤ ਦੇ ਉੱਤੇ ਤਨਖਾਹੀਏ ਤੇ ਪਤਾ ਨਹੀਂ ਕੀ ਬਾਈਕਾਟ ਕੀਤਾ ਹੋਇਆ ਸਾਡਾ। ਉਹ ਇਸ਼ਾਰਾ ਕਰਦੇ ਨੇ ਕਿ ਇਹ ਛੋਟਾ ਸਾਹਿਬ ਯਾਨੀ ਸੁਖਬੀਰ ਬਾਦਲ ਹੋਰਾਂ ਵਾਲਾ ਉਹਨਾਂ ਦਾ ਇਸ਼ਾਰਾ ਹੈ ਕਿ ਮੈਂ ਆਈ ਵਾਜ਼, ਕਹਿੰਦੇ ਦੇਰ ਇਨ ਦੈਟ ਮੀਟਿੰਗ, ਮੈਂ ਉੱਥੇ ਸੀਗਾ। ਉਸ 4 ਬੰਦਿਆਂ ਦਾ ਉਹ ਹਵਾਲਾ ਦਿੰਦੇ ਨੇ, ਔਰ ਉਹ ਕਹਿੰਦੇ ਜੇ 4 ਬੰਦੇ, ਉਹ ਜਿਹੜੇ 3 ਬੰਦੇ ਦੂਜੇ ਨੇ ਆਣ ਕੇ ਖੜ ਜਾਣ, ਮੈਂ ਗੱਲਾਂ ਦੱਸਾਂਗਾ ਤੇ ਉਹ ਜਿੱਥੇ ਮੈਂ ਝੂਠ ਬੋਲਾਂ ਉਹ ਮੈਨੂੰ ਸਵਾਲ ਕੀਤੇ ਜਾ ਸਕਦੇ ਆ। ਕਿ ਉਹਨਾਂ ਨੇ ਕਿਹਾ ਤੁਸੀਂ ਇਹਨਾਂ ਦਾ ਹੈਲਪ ਕਰੋ ਬੀਜੇਪੀ ਦੀ, ਉਧਰੋਂ ਤੁਹਾਨੂੰ ਅਸੀਂ ਕਲੀਅਰ ਹੋ ਜਾਂਦੇ ਹਾਂ। ਔਰ ਉਸ ਤੋਂ ਬਾਅਦ ਜਸਵੀਰ ਉਹ ਇੱਕ ਥਾਪੜ ਕੇ ਗਿਆ, ਔਰ ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਕਿਵੇਂ ਮਾਫੀਨਾਮਿਆਂ ਵਾਲਾ ਗੱਲ ਹੁੰਦੀ ਆ, ਅਕਾਲ ਤਖਤ ਤੋਂ ਮਾਫੀਨਾਮੇ ਦੇ ਦਿੱਤੇ ਜਾਂਦੇ ਨੇ, ਫਿਲਮਾਂ ਚੱਲ ਜਾਂਦੀਆਂ ਨੇ, ਸੋ ਸਾਰੇ ਨਾਮ ਘਰਾਂ ਤੱਕ ਜਿਹੜੀ ਆ ਛੂਟ ਮਿਲ ਜਾਂਦੀ ਹੈ, ਤੁਹਾਡੀ ਸ਼ੈਲਟਰ ਵੀ ਮਿਲ ਜਾਂਦੀ ਹੈ। ਸੋ ਉਹ ਸਾਰੇ ਨੂੰ ਲੈ ਕੇ ਜਿਹੜੀ ਬਹੁਤ ਤਿੱਖੀ ਬਗਾਵਤ ਅਕਾਲੀ ਦਲ ਦੇ ਵਿੱਚ ਚੱਲ ਰਹੀ ਹੈ, ਔਰ ਇਹ ਅਜੇ ਇਸ ਬਗਾਵਤ ਨੇ ਰੁਕਣਾ ਨਹੀਂ ਆ। ਕਿਉਂਕਿ ਜਦੋਂ ਫੂਲਕਾ ਹੋਰਾਂ ਨੇ ਜੋ ਫੂਲਕਾ ਹੋਰਾਂ ਨੇ ਕੱਲ੍ਹ ਆਪਾਂ ਡਿਸਕਸ ਕੀਤਾ, ਉਹਨਾਂ ਦਾ ਬਹੁਤ ਡਿਟੇਲ ਦੇ ਵਿੱਚ, ਮੈਨੂੰ ਲੱਗਦਾ ਉਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ, ਪਰ ਜੇ ਫੂਲਕਾ ਹੋਰੀ ਆਪਣਾ ਅਸਤੀਫਾ ਦੇ ਦਿੰਦੇ ਨੇ MLA-ਸ਼ਿਪ ਤੋਂ, ਤਾਂ ਆਮ ਆਦਮੀ ਪਾਰਟੀ ਵੀ ਮਿੱਟੀ ਹੋਣੀ ਹੈ, ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਆਵਾਜ਼ਾਂ ਜਿਹੜੀਆਂ ਹੈ ਨਾ ਹੋਰ ਉੱਠਣ ਦੀ ਸੰਭਾਵਨਾ ਆ, ਖਾਸ ਕਰਕੇ ਟਕਸਾਲੀ ਲੀਡਰਸ਼ਿਪ ਦੀ, ਜਿਹੜੇ 10 ਸਾਲਾਂ ਤੋਂ ਲਗਭਗ ਮੈਨੂੰ ਲੱਗਦਾ ਆ ਜਿਹੜੇ ਉਹ ਬੰਨ੍ਹ ਕੇ ਰੱਖੇ, ਜਾਣੀ ਉਹ ਦੱਬੀਆਂ ਹੋਈਆਂ ਆਵਾਜ਼ਾਂ ਦਾ ਮੁਖਰ ਹੋਣਾ ਫਿਊਚਰ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇੱਕ ਅੱਧਾ ਹਫ਼ਤੇ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ, ਜਿਹੜਾ ਅਕਾਲੀ ਦਲ ਦੇ ਵਾਸਤੇ ਬਹੁਤ ਮੁਸ਼ਕਿਲਾਂ ਖੜੀਆਂ ਕਰ ਸਕਦਾ ਆ। ਮੈਂ ਦੇਖ ਰਿਹਾ ਜੋ ਸੀਨ ਬਣ ਰਿਹਾ। ਅਨੰਦ ਸਾਹਿਬ, ਇੱਕ ਚੀਜ਼ ਹੋਰ ਵੀ ਹੈ ਕਿ ਲੰਬਾ ਸਮਾਂ ਤੁਸੀਂ ਸੱਤਾ ਹੰਢਾਈ ਹੈ ਬਾਦਲ ਪਰਿਵਾਰ ਦੇ ਨਾਲ, ਉਦੋਂ ਤੁਹਾਨੂੰ ਨਹੀਂ ਲੱਗਾ ਕਿ ਬਾਦਲ ਪਰਿਵਾਰ ਜੋ ਕਰ ਰਿਹਾ, ਉਦੋਂ ਤੁਸੀਂ ਕਦੀ ਵੀ ਆਵਾਜ਼ ਬੁਲੰਦ ਨਹੀਂ ਕੀਤੀ, ਸਗੋਂ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਨੂੰ ਵੱਖ-ਵੱਖ ਅਹੁਦਿਆਂ ਤੋਂ ਕਿਨਾਰੇ ਤੇ ਵੀ ਕਰਵਾਇਆ, ਸਾਥ ਵੀ ਪੂਰਾ ਦਿੱਤਾ ਬਾਦਲ ਪਰਿਵਾਰ ਦਾ। ਹੁਣ ਜਦੋਂ ਪਤਾ ਲੱਗ ਗਿਆ ਕਿ ਇੰਨੀ ਕੁ ਮਿੱਟੀ ਪਲੀਤ ਹੋ ਗਈ ਹੈ ਕਿ ਭਾਈ ਇਹ ਬਾਦਲ ਪਰਿਵਾਰ ਉਹਨਾਂ ਤਾਕਤਵਰ ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ ਨਹੀਂ ਰਿਹਾ ਜਿੰਨਾ ਇਹ ਪਹਿਲਾਂ ਹੋਇਆ ਕਰਦਾ ਸੀ, ਤੇ ਹੁਣ ਤੁਹਾਨੂੰ ਚੇਤਾ ਆ ਗਿਆ ਵੀ ਸਾਰੀਆਂ ਗਲਤੀਆਂ ਕੀਤੀਆਂ ਸਾਡੀ ਸਰਕਾਰ ਨੇ, ਤੇ ਉਹ ਗਲਤੀਆਂ ਦੀ ਪੇਸ਼ੀ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਜਵਾਬ ਦੇ ਕੇ ਹੋਣੀ ਸੀ, ਜਿੰਨੀ ਕੁੱਤੇ ਖਾਣੀ ਜਾਂ ਜੋ ਸ਼ਬਦ ਇਸਤੇਮਾਲ ਕੀਤੇ ਆ ਕਾਂਗਰਸ ਦੇ ਮੰਤਰੀਆਂ ਜਾਂ ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿੱਚ, ਘੱਟੋ ਘੱਟ ਉਹਦੇ ਤੋਂ ਬਚਾਅ ਹੋ ਜਾਣੇ ਸੀ ਜੇ ਵਿਧਾਨ ਸਭਾ ਦੇ ਵਿੱਚ ਬੈਠੇ ਹੁੰਦੇ ਆ। ਉਹ ਸਾਰੀਆਂ ਗਲਤੀਆਂ ਹੁਣ ਜਾ ਕੇ ਚੇਤੇ ਆ ਰਹੀਆਂ ਨੇ ਜਦੋਂ ਲੁੱਟ-ਪੁੱਟ ਹੋ ਗਿਆ ਸਾਰਾ ਕੁਝ। ਸਵੀਰ, ਜੇ ਤੁਸੀਂ ਪਿਛਲੇ 10 ਸਾਲਾਂ ਦਾ ਕਾਂਗਰਸ ਉਹਦਾ ਅਕਾਲੀ ਬੀਜੇਪੀ ਦਾ ਰਾਜਦਾਰ ਪੂਰਾ ਦੇਖੋ, ਤਾਂ ਤੁਸੀਂ ਇਹ ਦੇਖੋਗੇ ਆਪਾਂ ਇੱਕ ਨਤੀਜੇ ਤੇ ਉਹੀ ਪਹੁੰਚਦੇ ਹਾਂ ਵੀ ਉਸ ਵੇਲੇ ਸੁਖਬੀਰ ਬਾਦਲ ਦਾ ਅਕਾਲੀ ਦਲ ਔਰ ਪੰਜਾਬ ਸਰਕਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਗਲਬਾ ਸੀ, ਔਰ ਕਿਸੇ ਵੀ ਬਾਗੀ ਆਵਾਜ਼ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ ਗਿਆ, ਔਰ ਪਾਰਟੀ ਵਿੱਚ ਕੁਝ ਆਪਣੇ ਵਿਚਾਰ ਰੱਖਣ ਦਾ ਮਤਲਬ ਸੀ ਵੀ ਤੁਸੀਂ ਪਾਰਟੀ ਤੋਂ ਕਿਨਾਰਾ। ਔਰ ਇੱਕ ਵੇਲਾ ਇਦਾਂ ਦਾ ਆ ਗਿਆ ਸੀ, ਹੁਣ ਤੱਕ ਬੇਅਦਬੀ ਮਾਮਲੇ ਦੇ ਜਦੋਂ ਹੁਣ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਦੋਂ, ਤਾਂ ਸਿਰਫ ਸੁਖਬੀਰ ਬਾਦਲ ਹੋਣਾ ਦਾ ਫੈਮਿਲੀ ਹੀ ਪ੍ਰੈਸ ਕਾਨਫਰੰਸ ਕਰ ਸਕਦੀ ਸੀ, ਉਹ ਹੀ ਪ੍ਰੈਸ ਦੇ ਜਵਾਬ ਦੇ ਸਕਦੇ ਸੀ, ਉਹ ਹੀ ਬਿਆਨ ਰਿਲੀਜ਼ ਕਰਦੇ ਸੀ, ਚਾਹੇ ਸੁਖਦੇਵ ਭੌਰ ਹੋਵੇ, ਚਾਹੇ ਅਵਤਾਰ ਸਿੰਘ ਮੱਕੜ ਹੋਣ, ਚਾਹੇ ਸੁਖਦੇਵ ਸਿੰਘ ਢੀਂਡਸਾ, ਚਾਹੇ ਤੋਤਾ ਸਿੰਘ, ਚਾਹੇ ਸੇਵਾ ਸਿੰਘ ਸੇਖੋਂ ਹੋਣ, ਚਾਹੇ ਬੀਬੀ ਜਗੀਰ ਕੌਰ ਹੋਣ, ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿੰਨੇ ਵੀ ਪੁਰਾਣੇ ਟਕਸਾਲੀ ਲੀਡਰ ਸਨ, ਕਿਸੇ ਨੂੰ ਵੀ ਇੰਨੀ ਪਾਵਰ ਨਹੀਂ ਸੀ ਹੈਗੀ ਵੀ ਉਹ ਆਜ਼ਾਦਾਨਾ ਤੌਰ ਤੇ ਕੋਈ ਪ੍ਰੈਸ ਕਾਨਫਰੰਸ ਕਰ ਸਕਣ ਜਾਂ ਕਿਸੇ ਮੁੱਦੇ ਦੇ ਉੱਪਰ ਆਪਣਾ ਵਿਚਾਰ ਰੱਖ ਸਕਣ। ਔਰ ਇਹੋ ਹੀ ਕਾਰਨ ਆ ਵੀ ਸਾਨੂੰ ਜੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਕੋਈ ਵੀ ਬਿਆਨ ਇਸ ਤਰ੍ਹਾਂ ਦਾ ਨਹੀਂ। ਹਾਂ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਜਾਂ ਅਕਾਲੀ ਦਲ ਬਾਦਲ ਦਾ ਜਿਹੜਾ ਆਫੀਸ਼ੀਅਲ ਬਿਆਨ ਆਉਂਦਾ ਸੀ ਉਹਦੀ ਪ੍ਰੋੜਤਾ ਕਰਦੇ ਬਿਆਨ ਆਉਂਦੇ ਸਨ। ਔਰ ਜਸਵੀਰ, ਜੇ ਆਪਾਂ ਪੁਰਾਣੇ ਅਖਬਾਰਾਂ ਨੂੰ ਉਸ ਵੇਲੇ ਨੂੰ ਫਰੋਲਾ ਫਰਾਲੀ ਕਰੀਏ ਤਾਂ ਉਹਦੇ ਵਿੱਚ ਇੱਕ ਅਜੀਬ ਤਰ੍ਹਾਂ ਦੇ ਨਾ ਜਿਹੜੇ ਅਕਾਲੀ ਲੀਡਰਾਂ ਦੇ ਬਿਆਨ, ਜਿਹਨੂੰ ਅਸੀਂ ਚਾਪਲੂਸੀ ਵਾਲੇ ਬਿਆਨ ਤੁਸੀਂ ਦੇਖੋਗੇ, ਚਾਹੇ ਉਹ ਯੂਥ ਅਕਾਲੀ ਦਲ ਹੋਵੇ, ਈਵਨ ਜਿਹੜੇ ਟਕਸਾਲੀ ਲੀਡਰ ਸਨ ਅਕਾਲੀਆਂ ਦੇ, ਉਹਨਾਂ ਦੇ ਵੀ ਬਿਆਨ ਬੜੇ ਅਜੀਬ ਜਿਹੇ ਤਰ੍ਹਾਂ ਦੇ ਸੀ ਵੀ ਜਿਹੜੇ ਥੱਲੇ ਹਾਂ ਜੀ ਬਸ ਠੀਕ ਆ, 7 ਬਚਨ ਵਾਲਾ। ਉਹਦੇ ਪਿੱਛੇ ਰੀਜ਼ਨ ਵੀ ਇਹ ਸੀ ਵੀ ਪਾਰਟੀ ਵਿੱਚ ਵੀ ਰਹਿਣਾ ਸੀ, ਆਪਣੀ ਹੋਂਦ ਵੀ ਬਰਕਰਾਰ ਰੱਖਣੀ ਸੀ। ਔਰ ਜਸਵੀਰ, ਕਈ ਵਾਰੀ ਕੀ ਹੁੰਦਾ ਆ
ਜਿਸ ਪਾਰਟੀ ਨੂੰ ਤੁਸੀਂ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਹੋਵੇ ਉਹਨੂੰ ਛੱਡਿਆ ਵੀ ਨਹੀਂ ਜਾਂਦਾ। ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਆ। ਔਰ ਮੈਨੂੰ ਕਿਤੇ ਨਾ ਕਿਤੇ ਇਹਨਾਂ ਬਹੁਤੇ ਜਿਹੜੇ ਅਕਾਲੀ ਦਲ ਦੇ ਲੀਡਰ, ਈਵਨ ਦੂਸਰੀਆਂ ਪਾਰਟੀਆਂ ਵਿੱਚ ਵੀ ਇਹ ਗੱਲਾਂ ਹੁੰਦੀਆਂ ਨੇ, ਈਵਨ ਆਮ ਆਦਮੀ ਪਾਰਟੀ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਬੰਦੇ ਹਨ, ਲੀਡਰ ਹਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਪਾਰਟੀ ਲਈ, ਪਰ ਇਸ ਵੇਲੇ ਉਹਨਾਂ ਦਾ ਸਾਹ ਔਖਾ ਹੋਇਆ ਪਿਆ, ਪਰ ਉਹ ਪਾਰਟੀ ਛੱਡ ਨਹੀਂ ਰਹੇ। ਕਿਉਂ ਨਹੀਂ ਛੱਡ ਰਹੇ? ਕਿਉਂਕਿ ਉਹਨਾਂ ਦਾ ਖੂਨ ਪਸੀਨਾ, ਉਹਨਾਂ ਨੇ ਜ਼ਮੀਨ ਤੇ ਰਹਿ ਕੇ ਕੰਮ ਕੀਤਾ ਹੋਇਆ ਆ। ਅਕਾਲੀ ਦੇ ਵਿੱਚ ਵੀ ਇਹੋ ਗੱਲ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ। ਹੁਣ ਜਸਵੀਰ, ਇਹ ਜਦੋਂ ਇਹ ਸਾਰਾ ਕੁਝ ਹੁੰਦਾ ਰਿਹਾ ਉਹਨਾਂ ਨੇ ਆਪਣਾ, ਪਰ ਹੁਣ ਕੀ ਹੈ, ਹੁਣ ਸਬਰ, ਜਦੋਂ ਦੇਖਿਆ ਵੀ ਹਾਲਾਤ ਜਿਹੜੇ ਨੇ ਹੁਣ ਥੋੜ੍ਹੇ ਜਿਹੇ ਫੇਵਰਲ ਹੋ ਗਏ ਨੇ। ਔਰ ਜਸਵੀਰ, ਅਕਾਲੀ ਦਲ ਦਾ ਮਤਲਬ ਇਹ ਹੋ ਗਿਆ ਸੀ ਬਾਦਲ ਪਰਿਵਾਰ ਦੀ ਪਾਰਟੀ, ਔਰ ਬਾਦਲ ਪਰਿਵਾਰ ਦੀ ਪਾਰਟੀ ਵਿੱਚੋਂ ਇਹ ਹੋ ਗਿਆ ਸੀ ਸੁਖਬੀਰ ਦੀ ਪਾਰਟੀ। ਔਰ ਇੱਕ ਵੇਲਾ ਇਸ ਤਰ੍ਹਾਂ ਦਾ ਆ ਗਿਆ ਜਸਵੀਰ ਵੀ ਚਾਹੇ ਸੁਖਬੀਰ ਬਾਦਲ ਔਰ ਬਿਕਰਮ ਮਜੀਠੀਆ, ਇਹ ਦੋ ਧੁਰੇ ਹੋ ਗਏ ਸਨ ਪੋਲਿਟਿਕਸ ਦੇ, ਔਰ ਬਾਕੀ ਸਾਰੇ ਇਹਨਾਂ ਦੇ ਦਿਵਾਲੇ ਘੁੰਮਦੇ ਸੀ, ਤੀਸਰਾ ਕੋਈ ਨਹੀਂ ਸੀ ਹੈਗਾ। ਹੁਣ ਜਸਵੀਰ, ਚਾਹੇ ਬੇਅਦਬੀ ਦਾ ਮਾਮਲਾ ਆ ਗਿਆ ਜਾਂ ਇਸ ਤਰੀਕੇ ਨਾਲ ਘਿਰ ਗਿਆ, ਹੁਣ ਇਹਨਾਂ ਨੂੰ ਵੀ ਮੌਕਾ ਮਿਲ ਗਿਆ ਆ ਆਪਣੀ ਗੱਲ ਨੂੰ ਕਹਿਣ ਦਾ। ਉਹ ਜਿਹੜਾ ਪ੍ਰੈਸ਼ਰ ਕੁੱਕਰ ਜਿਹੜਾ ਜਸਵੀਰ, ਉਹ ਹੁਣ ਵਿਸਲ ਜਿਹੜੀ ਆ ਉਹ ਹਟ ਗਈ ਆ, ਹੁਣ ਹਵਾਵਾਂ ਨਿਕਲ ਰਹੀਆਂ ਨੇ। ਔਰ ਇਹ ਹੁਣ ਇਹ ਆ ਵੀ ਅਕਾਲੀ ਦਲ ਬਾਦਲ, ਔਰ ਖਾਸ ਕਰਕੇ ਬਾਦਲ ਪਰਿਵਾਰ ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਦਾ ਹੈ। ਜੇ ਕਿਤੇ ਇਸ ਪਰਿਵਾਰ ਕੋਲੋਂ ਥੋੜੀ ਜਿਹੀ ਕੁਤਾਹੀ ਹੋ ਜਾਂਦੀ ਹੈ ਤੇ ਜਿਹੜਾ ਇਹਨਾਂ ਦਾ ਗਲਬਾ ਸੀ ਅਕਾਲੀ ਦਲ ਦੇ ਉੱਪਰ ਉਹ ਖਤਮ ਹੋ ਜਾਣਾ ਆ, ਔਰ ਜਿਹੜਾ ਬਾਦਲ ਪਰਿਵਾਰ ਆ ਉਹ ਇੱਕ ਲਾਂਭੇ ਵੀ ਕੀਤਾ ਜਾ ਸਕਦਾ ਹੈ। ਔਰ ਜਸਵੀਰ, ਇਹ ਵੀ ਸੰਭਾਵਨਾ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ, ਪਰ ਜੇ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਜਿਸ ਤਰੀਕੇ ਨਾਲ ਹੁਣ ਡਿੱਗ ਰਿਹਾ ਆ, ਬੜੇ ਤੇਜ਼ੀ ਨਾਲ ਡਿੱਗ ਰਿਹਾ ਆ, ਔਰ ਉਹਨੂੰ ਬਚਾਉਣ ਲਈ ਇਹ ਟਕਸਾਲੀ ਜਿਹੜੇ ਅਕਾਲੀ ਦਲ ਦੇ ਬੰਦੇ ਨੇ ਉਹ ਅੱਗੇ ਆ ਰਹੇ ਨੇ। ਪਰ ਜੇ ਇਹਦੇ ਵਿੱਚ ਜੇ ਹੁਣ ਕਿਤੇ ਪ੍ਰਧਾਨਗੀ ਕਿਤੇ ਬਦਲ ਦਿੱਤੀ ਜਾਂਦੀ ਆ ਜਾਂ ਕਿਤੇ ਆਵਾਜ਼ ਉੱਠਦੀ ਆ ਵੀ ਇਸ ਪਰਿਵਾਰ ਨੂੰ ਲਾਂਭੇ ਕਰਕੇ ਕਿਸੇ ਐਸੇ ਬੰਦੇ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਜਾਵੇ, ਸੰਭਾਵਨਾ ਜਸਵੀਰ ਨਜ਼ਰ ਆ ਰਹੀ ਹੈ। ਕਿਉਂਕਿ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਦਾ, ਕਿਉਂਕਿ ਜਸਵੀਰ ਛੱਡਣਾ ਬਹੁਤ ਔਖਾ ਹੈ, ਖਾਸ ਕਰਕੇ ਸੁਖਬੀਰ ਬਾਦਲ ਨਹੀਂ ਛੱਡਣਾ। ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਜਿਹੜੇ ਬਾਗੀ ਆ ਉਹਨਾਂ ਚੋਂ ਬਣੇਗਾ ਜਾਂ ਫਿਰ ਕੋਈ ਬਾਦਲਾਂ ਦੇ ਹੱਥ ਕੰਡਾ ਜਿਹੜਾ ਜਸਵੀਰ ਜੇ ਬਾਦਲ, ਇਹ ਹੁਣ ਜਸਵੀਰ ਬਹੁਤ, ਇਹ ਹੁਣ ਬਾਦਲ ਪਰਿਵਾਰ ਤੇ ਆ, ਉਹ ਕੀ ਕਰਦੇ ਨੇ, ਪਰ ਜੇ ਜ਼ਿਆਦਾ ਹੀ ਵਿਰੋਧ ਹੁੰਦਾ ਗਿਆ, ਹੁਣ ਆਮ ਲੋਕ ਜਿਹੜੇ ਨੇ ਉਹ ਵਿਰੋਧ 'ਚ ਆ ਚੁੱਕੇ ਨੇ। ਈਵਨ ਜਿਹੜੇ ਅਕਾਲੀ ਦਲ ਨਾਲ ਪੜਨਾਏ ਹੋਏ ਨੀਚੇ ਲੈਵਲ ਦੇ ਲੋਕ ਨੇ, ਜਿਹੜੇ ਬਹੁਤ ਜ਼ਮੀਨ ਨਾਲ ਜੁੜੇ ਹੋਏ ਨੇ, ਉਹ ਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ, ਔਰ ਉਹ ਚਾਹ ਰਹੇ ਨੇ। ਔਰ ਇਹਦੇ ਵਿੱਚ ਹੁਣ ਜਸਵੀਰ, ਜੇ ਚਾਹੇ ਪ੍ਰੋਫੈਸਰ ਚੰਦੂ ਮਾਜਰਾ, ਚਾਹੇ ਸੁਖਦੇਵ ਸਿੰਘ ਢੀਂਡਸਾ, ਚਾਹੇ ਕਿਸੇ ਨੂੰ ਵੀ ਦੇ ਦੇਣ, ਪਰ ਉਹਦੇ ਨਾਲ ਇੱਕ ਹੋ ਜਾਣਾ ਆ ਵੀ ਸੁਖਬੀਰ ਬਾਦਲ ਹੁਣੀ ਇੱਕ ਸਾਈਡ ਤੇ ਹੋ ਜਾਣਗੇ। ਔਰ ਇਹ ਵੀ ਹੋ ਸਕਦਾ ਆ ਵੀ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਦੂਸਰੇ ਪਰਿਵਾਰਾਂ ਨੂੰ ਇੱਕ ਸਾਈਡ ਤੇ ਕੀਤਾ ਸੀ, ਇਹ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਅਕਾਲੀ ਦਲ ਬਾਦਲ ਜਿਹੜਾ ਆ ਉਹ ਹੁਣ ਅਸਲ 'ਚ ਅਕਾਲੀ ਦਲ ਬਣ ਜਾਵੇ। ਇਹ 'ਚ ਵੀ ਕੁਝ ਅਸਲ 'ਚ ਅਕਾਲੀ ਦਲ ਬਣ ਜਾਵੇ। ਪਰ ਪਤਾ ਨਹੀਂ ਕਿਉਂ ਦੇਸਰਾਜ ਕਾਲੀ ਜੀ, ਮੈਨੂੰ ਸ਼ੰਕੇ ਹੈ ਇਸ ਗੱਲ ਦੇ ਕਿ ਪੰਜਾਬ ਦੇ ਲੋਕ ਭੁੱਲ ਵੀ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਨੂੰ, ਵਕਤ ਵਿਹਾ ਜਾਂਦੀਆਂ ਜਿਹੜੀਆਂ ਚੀਜ਼ਾਂ, ਤੇ ਉਸ ਤੋਂ ਬਾਅਦ ਸਭ ਕੁਝ ਉਸੇ ਹੀ ਲੀਹ ਤੇ ਚੱਲਦਾ ਨਜ਼ਰ ਆਉਂਦਾ ਆ। ਜੋ ਕੁਝ 84 ਦੇ ਵਿੱਚ ਵਾਪਰਦਾ ਆ, ਉਸ ਤੋਂ ਬਾਅਦ ਇੱਕ ਲੰਬਾ ਸਮਾਂ ਜਿਹੜਾ ਦੌਰ ਪੰਜਾਬ ਦਾ ਨਿਕਲਦਾ ਆ, ਉਦੋਂ ਇੰਜ ਵੀ ਲੱਗਦਾ ਸੀ ਕਾਂਗਰਸ ਹੁਣ ਖਤਮ ਹੈ, ਦੁਬਾਰਾ ਕਦੀ ਸੱਤਾ 'ਚ ਨਹੀਂ ਆਏਗੀ, ਇੱਥੇ ਜਿਹੜਾ ਪੰਜਾਬ ਦਾ, ਪੰਜਾਬੀਆਂ ਦਾ ਰਾਜ ਹੋ ਜਾਏਗਾ। ਪਰ ਦੁਬਾਰਾ ਫਿਰ ਸੱਤਾ 'ਚ ਕਾਂਗਰਸ ਆਉਂਦੀ ਆ, ਦੁਬਾਰਾ ਫਿਰ ਸੱਤਾ ਮਾਣਦੀ ਆ, ਵਾਰ-ਵਾਰ ਮਾਣਦੀ ਆ ਪੰਜਾਬ ਦੇ ਵਿੱਚ। ਤੇ ਇਹ ਦੌਰ ਵੀ ਲੱਗਦਾ ਤੁਹਾਨੂੰ ਕਿ ਬਹੁਤ ਲਗਾਤਾਰਤਾ ਬਣੇਗੀ ਇਸ ਦੌਰ ਦੀ, ਜਾਂ ਥੋੜਾ ਸਮਾਂ ਅਕਾਲੀ ਦਲ ਵੀ ਦੇਖ ਰਿਹਾ ਕਿ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਜਦੋਂ ਸਾਰਾ ਕੁਝ ਠੰਡ ਠੰਡੌਲਾ ਹੋ ਜਾਏਗਾ ਤੇ ਫਿਰ ਦੁਬਾਰਾ ਆਪਾਂ ਆਣ ਕੇ ਉਸੇ ਤਰ੍ਹਾਂ ਲੈਣਾ ਕਿ ਲੋਕਾਂ ਦਾ ਕੀ ਹੈ, ਲੋਕ ਤਾਂ ਭੁੱਲ ਜਾਣਗੇ, ਕੁਝ ਨਵਾਂ ਸ਼ਗੂਫਾ ਛੱਡ ਦਾਂਗੇ। ਪਰ ਜਸਵੀਰ, ਜਿਸ ਤਰੀਕੇ ਦਾ ਨਾ ਇਹ 2015 ਤੋਂ ਚੱਲ ਰਿਹਾ ਹੈ, ਜਿਸ ਤਰੀਕੇ ਦਾ ਵਿਧਾਨ ਸਭਾ ਦੇ ਰਿਜ਼ਲਟਾਂ ਦੇ ਉੱਤੇ ਇਹਦਾ ਅਸਰ ਦੇਖਣ ਨੂੰ ਮਿਲਿਆ ਆ, ਪੰਜਾਬ ਵਿਧਾਨ ਸਭਾ ਦਾ ਕਾਂਗਰਸ ਦਾ ਬਣਨਾ, ਆਮ ਆਦਮੀ ਪਾਰਟੀ ਦਾ ਆਪੋਜੀਸ਼ਨ ਤੱਕ ਪਹੁੰਚ ਜਾਣਾ, ਇਹ ਅਜੇ ਲੰਬਾ ਚੱਲੇਗਾ ਮੈਨੂੰ ਲੱਗ ਰਿਹਾ ਹੈ। ਕਿਉਂਕਿ ਮੂਹਰੇ ਪੰਚਾਇਤੀ ਚੋਣਾਂ ਨੇ, ਤਾਂ ਪੰਚਾਇਤੀ ਚੋਣਾਂ ਫੇਰ ਭਾਵਨਾਤਮਕ ਮੁੱਦਿਆਂ ਨੂੰ ਲੈ ਕੇ ਖੇਡੀਆਂ ਜਾਣੀਆਂ ਨੇ। ਪੰਚਾਇਤਾਂ ਦੇ ਵਿੱਚ ਤਾਂ ਕੁਝ ਨਹੀਂ ਕਰਵਾ ਹੋਇਆ, ਪਿੰਡਾਂ ਦੇ ਵਿੱਚ ਕਰਜ਼ੇ ਮਾਫੀ ਦਾ ਰੌਲਾ ਬਣ ਕੇ ਰਹਿ ਗਿਆ, ਬੇਰੁਜ਼ਗਾਰੀ ਦੂਰ ਕਰਨ ਵਾਲਾ ਰੌਲਾ ਬਣ ਕੇ ਰਹਿ ਗਿਆ, ਬਿਮਾਰੀਆਂ ਦਾ, ਐਜੂਕੇਸ਼ਨ ਦਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੱਠਾ ਬਿਠਾ ਦਿੱਤਾ। ਸੋ ਇਹ ਇਸ਼ੂਜ਼ ਬਣਨ ਦੀ ਬਜਾਏ ਉਹਨੀ ਭਾਵਨਾਤਮਕ ਇਸ਼ੂ ਨੂੰ ਅੱਗੇ ਲਿਆਉਣਾ ਤੇ ਉਹਦੇ ਨਾਲ ਉਹਨਾਂ ਨੇ ਖੇਡਣਾ ਆ। ਸੈਕੰਡ ਇਹ ਆ, ਪੰਚਾਇਤ ਚੋਣਾਂ ਖਤਮ ਹੋਣ ਤੋਂ ਪਹਿਲਾਂ ਹੀ ਸਮਝ ਲਓ 2019 ਦੀਆਂ ਚੋਣਾਂ ਦਾ ਰੌਲਾ ਰੱਪਾ ਸ਼ੁਰੂ ਹੋ ਗਿਆ, ਲੋਕਾਂ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਆ, ਹੋਮਵਰਕ ਕਰਨਾ ਸ਼ੁਰੂ ਕਰ ਦਿੱਤਾ ਆ। ਸੋ ਉਹਦੇ ਵਿੱਚ ਵੀ ਇਹ ਭਾਵਨਾਤਮਕ ਤੌਰ ਦੇ ਉੱਤੇ ਮੁੱਦਾ ਛਾਇਆ ਰਹੇਗਾ। ਹਾਂ, ਇਹਦਾ ਅਸਰ ਦੁਆਬੇ ਔਰ ਮਾਝੇ 'ਤੇ ਘੱਟ ਰਹਿਣ ਦੇ ਆਸਾਰ ਹੈਗੇ, ਬਟ ਮਾਲਵਾ ਦੇ ਵਿੱਚ ਅਜੇ ਇੰਨੀ ਸਰਗਰਮੀ
ਤੇ ਗਰਮੀ ਆ ਇਸ ਇਸ਼ੂ ਨੂੰ ਲੈ ਕੇ ਲੋਕਾਂ ਦੇ ਵਿੱਚ ਇੰਨਾ ਤਿੱਖਾ ਪ੍ਰਤੀਕਰਮ ਆ ਰਿਹਾ ਹੈ ਜਸਵੀਰ ਮਾਲਵੇ ਦੇ ਵਿੱਚੋਂ ਕਿ ਤੁਸੀਂ ਹੈਰਾਨ ਰਹਿ ਜਾਓਗੇ। ਯਾਨੀ ਖੁਦ ਬਾਦਲ ਹੋਰਾਂ ਦੇ ਪਿੰਡੋਂ ਲੰਬੀ ਹਲਕੇ ਚੋਂ ਔਰ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਬਾਦਲ ਪਰਿਵਾਰ ਦਾ, ਔਰ ਜਿਹੜਾ ਵਿਦਿਨ ਵਿਰੋਧ ਹੋ ਗਿਆ ਨਾ, ਵਿਦਿਨ ਵਿਰੋਧ ਕੁਛ ਸੀਨੀਅਰ ਟਕਸਾਲੀ ਲੀਡਰਾਂ ਨੇ ਜਿਹੜਾ ਕਰ ਦਿੱਤਾ ਹੈ ਨਾ, ਉਹਨੂੰ ਸਾਨੂੰ ਸੌਖਿਆਂ ਨਹੀਂ ਲੈਣਾ ਚਾਹੀਦਾ। ਉਹ ਅਕਾਲੀ ਦਲ ਵਾਸਤੇ ਇਹ ਕਹਿਣਾ ਕਿ ਉਹ ਇਸ ਪਰਿਵਾਰ ਦਾ ਬਿਲਕੁਲ ਚੱਕ ਦਿੱਤਾ ਜਾਊਗਾ, ਉਹਦੀ ਜਗ੍ਹਾ ਨਵਾਂ ਪ੍ਰਧਾਨ ਲੈ ਆਊਗਾ, ਮੈਨੂੰ ਲੱਗਦਾ ਜੇ ਜਲਦੀ ਹੋਏਗਾ ਇਹ ਕਹਿਣਾ ਨਹੀਂ ਵੀ ਹੋ ਸਕਦਾ। ਇਹ ਮਤਲਬ ਅਜੇ ਜਲਦੀ ਆ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਅਕਾਲੀ ਦਲ ਦੇ ਸਿਰ ਤੋਂ ਜਿਹੜਾ ਸੰਕਟ ਆ ਉਹ ਟਲ ਗਿਆ ਹੈ ਕਿਸੇ ਵੀ ਤਰੀਕੇ। ਉਹ ਸੰਕਟ ਹੋਰ ਡੂੰਘਾ ਹੋ ਰਿਹਾ, ਖੱਡ ਹੋਰ ਗਹਿਰੀ ਹੋ ਰਹੀ ਆ ਉਹ ਸੰਕਟ ਦੀ। ਬਾਰ-ਬਾਰ ਇੱਕ ਕਰਕੇ ਜਿਸ ਨਾਲ ਇੱਕ ਨੁਕਤਾ ਹੋਰ ਥੋੜਾ ਜਿਹਾ ਜੋੜਨਾ ਚਾਹੁੰਦਾ। ਚਲੋ ਪਾਰਟੀ ਦੇ ਵਿੱਚ ਆਵਾਜ਼ਾਂ ਉੱਠਦੀਆਂ ਪਈਆਂ ਨੇ, ਟਕਸਾਲੀ ਆਗੂ ਬੋਲਦੇ ਪਏ ਆ, ਉਹ ਪਾਰਟੀ ਦਾ ਅੰਦਰੂਨੀ ਮਸਲਾ ਕਿਹਾ ਜਾ ਸਕਦਾ ਨਾ, ਪਰ ਸਿਆਸੀ ਨੁਕਤਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਇਹ ਵੀ ਕਹਿਣਾ ਬਣਦਾ ਹੈ ਕਿ ਅਕਾਲੀ ਦਲ ਦੀ ਭਾਈਵਾਲ ਪਾਰਟੀ, ਜਿਹਨੂੰ ਪ੍ਰਕਾਸ਼ ਸਿੰਘ ਬਾਦਲ 9 ਮਾਸ ਦਾ ਰਿਸ਼ਤਾ ਕਿਹਾ ਕਰਦੇ ਸੀਗੇ, ਪਤੀ ਪਤਨੀ ਦਾ ਰਿਸ਼ਤਾ ਕਿਹਾ ਕਰਦੇ ਸੀਗੇ, ਉਹ ਜਿਹੜੀ ਪਾਰਟੀ ਵੀ ਰੜਕਦੀ ਨਹੀਂ ਕਿਤੇ ਨਾਲ ਖੜੀ ਨਜ਼ਰ ਆਉਂਦੀ, ਨਾ ਵੈਰ 'ਚ ਨਾ ਪੱਖ 'ਚ, ਨਾ ਰੜਕ ਗਈ। ਅੱਜ ਹੀ ਕਮਲ ਸ਼ਰਮਾ ਜਿਹੜੇ ਸਾਬਕਾ ਪ੍ਰਧਾਨ ਨੇ ਭਾਜਪਾ ਪੰਜਾਬ ਦੇ, ਉਹਨਾਂ ਨੇ ਅੱਜ ਹੀ ਬਿਆਨ ਦਿੱਤਾ ਆ, ਪਰ ਸਖਤ ਸ਼ਬਦਾਂ ਦੇ ਵਿੱਚ ਬਿਆਨ ਦਿੱਤਾ ਆ ਕਿ ਅਕਾਲੀ ਦਲ ਨੂੰ ਵਿਧਾਨ ਸਭਾ ਦੇ ਵਿੱਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਲੀ ਬਹਿਸ ਵਿੱਚ ਹਿੱਸਾ ਲੈਣਾ ਚਾਹੀਦਾ ਸੀ। ਇਹਨਾਂ ਨੇ ਹਿੱਸਾ ਨਾ ਲੈ ਕੇ ਕੋਈ ਚੰਗਾ ਕੰਮ ਨਹੀਂ ਕੀਤਾ ਹੈ। ਇਹ ਕਮਲ ਸ਼ਰਮਾ ਐਕਸ ਪ੍ਰੈਜ਼ੀਡੈਂਟ ਨੇ, ਹੋਏ ਵਰਤਿਆਂ ਦੇ ਵਿੱਚੋਂ ਲੀਡਰ ਨੇ। ਮੈਂ ਕਹਿੰਦਾ ਹੋਏ ਜਦੋਂ ਜਸਵੀਰ ਜਦੋਂ ਹੋਏ ਵਰਤਿਆਂ ਦੇ ਦੇਖੋ, ਉਹ ਇਹਨਾਂ ਦੇ ਨਾਲ ਸੀ, ਭਾਈਵਾਲ ਸੀ। ਜੇ ਇਹਨਾਂ ਦੇ ਪੈਣ ਰਹੀਆਂ ਤਾਂ ਪੰਜਾਬ ਚੋਂ ਪੈਣੀਆਂ ਉਹਨਾਂ ਦੇ ਵੀ ਆ। ਔਰ ਇੱਥੇ ਦੱਸਦੀ ਦਰਸ਼ਕਾਂ ਨੂੰ, ਕਮਲ ਸ਼ਰਮਾ ਨੂੰ ਹਟਾਇਆ ਵੀ ਇਸ ਕਰਕੇ ਗਿਆ ਕਿ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਕਮਲ ਸ਼ਰਮਾ ਨੇ ਹੱਥਾਂ ਦੇ ਵਿੱਚ ਬਿਠਾਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ, ਬਾਦਲ ਪਰਿਵਾਰ ਦੇ। ਬਿਲਕੁਲ ਕਹਿਣਗੇ ਉਹੀ ਬੀਜੇਪੀ, ਬਿਲਕੁਲ। ਔਰ ਹੁਣ ਉਸੇ ਹੀ ਕਮਲ ਸ਼ਰਮਾ ਦਾ ਇਹਨਾਂ ਦੇ ਖਿਲਾਫ ਬੋਲਣਾ ਜੀ। ਔਰ ਜਦੋਂ ਜੇ ਕੋਈ ਸਾਬਕਾ ਵੀ ਬੋਲੇਗਾ ਨਾ ਜਸਵੀਰ, ਤਾਂ ਸੈਂਟਰ ਦੀ, ਕਿਉਂਕਿ ਇਹ ਸਥਾਨਕ ਪਾਰਟੀ, ਰੀਜਨਲ ਪਾਰਟੀ ਤਾਂ ਹੈ ਨਹੀਂ ਹੈ, ਇਹ ਤਾਂ ਪੂਰੇ ਨੈਸ਼ਨਲ ਦੀ ਪਾਰਟੀ ਹੈ, ਨੈਸ਼ਨਲ ਪਾਰਟੀ ਹੈ। ਸੋ ਜਿਹੜੀ ਨੈਸ਼ਨਲ ਪਾਰਟੀ ਹੋਏਗੀ, ਉਹਦੇ ਨੈਸ਼ਨਲ ਲੀਡਰਸ਼ਿਪ, ਖਾਸ ਕਰ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਜਦੋਂ ਇਹ ਦੁੰਬ ਦਬਾ ਕੇ ਬੈਠੇ ਹੋਏ ਨੇ, ਮੈਂ ਪੰਜਾਬੀ 'ਚ ਜੇ ਕੋਈ ਕਹਾਂ ਵੀ ਹੁਣ ਇਹਨਾਂ ਦੇ ਪੈਣ ਡੀਆਂ ਅਕਾਲੀ ਦਲ ਦੇ, ਤੁਸੀਂ ਚੁੱਪ ਕਰ ਜਾਓ, ਤੁਸੀਂ ਬੋਲੇ ਤਾਂ ਤੁਹਾਨੂੰ ਨਾਲ ਜੋੜ ਲਿਆ ਜਾਊਗਾ। ਉਸ ਵੇਲੇ ਕਮਲ ਸ਼ਰਮਾ ਦਾ ਇਹ ਕਹਿਣਾ ਉਹ ਕੋਈ ਨਾ ਕੋਈ ਮਾਇਨੇ ਜ਼ਰੂਰ ਰੱਖਦਾ ਜਸਵੀਰ ਜੀ। ਉਹ ਛੋਟੀ ਗੱਲ ਨਹੀਂ ਹੈ ਕਮਲ ਸ਼ਰਮਾ ਦਾ ਇੱਧਰ ਨੂੰ ਨਿਸ਼ਾਨਾ ਦੇਣਾ। ਸੋ ਉਹਨਾਂ ਮਾਇਨਿਆਂ ਦੇ ਮੱਦੇ ਨਜ਼ਰ ਜੇ ਮੈਂ ਗੱਲ ਕਰਦਾ ਅਕਾਲੀ ਦਲ ਬੀਜੇਪੀ ਦੇ, ਤਾਂ ਹੁਣ ਇਸ ਵੇਲੇ ਅਕਾਲੀ ਦਲ ਜਾਲ 'ਚ ਫਸਿਆ ਆ ਬਿੱਲਾ, ਤੇ ਜੇ ਉਹਦੇ ਇਹ ਵੀ 4 ਸੋਟੇ ਮਾਰਨ ਲੱਗ ਪਏ ਨੇ ਭਾਜਪਾ ਵਾਲੇ, ਤਾਂ ਇਹਨਾਂ ਦਾ ਫਿਊਚਰ ਦੇ ਗੱਠਜੋੜ ਬਾਰੇ ਸਵਾਲ ਹੋ ਜਾਣਗੇ ਜੀ। ਕਮਲ ਸ਼ਰਮਾ ਛੋਟਾ ਨਹੀਂ ਹੈ। ਇਸੇ ਕਰਕੇ ਹੀ ਸਿਆਸੀ ਨੁਕਤੇ ਦੀ ਗੱਲ ਕੀਤੀ ਕਿ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਹੋ ਸਕਦਾ, ਪਰ ਸਿਆਸੀ ਭਾਈਵਾਲੀ ਜਿਹੜੀ ਹੈ ਨਾ, ਉਹ ਹੁਣ ਜਿਹੜੀ ਆ ਉਹ ਬੜੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਤਸਵੀਰ ਸਿਆਸੀ ਮਾਮਲੇ ਦੇ ਵਿੱਚ ਸਾਨੂੰ ਇੱਕ ਹੋਰ ਜਿਹੜਾ ਨੁਕਤਾ ਹੈ ਮੇਰੇ ਜ਼ਿਹਨ 'ਚ, ਕਿ ਉਹ ਇੱਕ ਪ੍ਰੋਵਰਬ ਆ ਨਾ, ਮੁਹਾਵਰਾ ਆਪਣੇ, ਕਹਿੰਦੇ ਹੁੰਦੇ ਨਾਗ ਛੇੜ ਲਿਆ ਕਾਲਾ ਤੇ ਮੰਤਰ ਯਾਦ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਬੁਰੇ ਫਸ ਗਏ ਨੇ। ਉਹਨਾਂ ਨੇ ਵੀ ਨਾਗ ਕਾਲਾ ਛੇੜ ਲਿਆ। ਜਿੰਨਾ ਵਿਰੋਧ ਹੋ ਰਿਹਾ ਅਕਾਲੀ ਦਲ ਦਾ, ਉਨਾ ਹੀ ਜਿਹੜੇ ਖਾਲਿਸਤਾਨ ਪੱਖੀ ਨੇ, ਜਿਹੜੇ ਗਰਮ ਖਿਆਲੀ ਨੇ, ਉਹਨਾਂ ਦੀ ਚੜ੍ਹ ਮਚਣ ਡਈ ਹੈ। ਇਹ ਮਾਮਲਾ ਜਿੰਨਾ ਤਿੱਖਾ ਹੋਈ ਜਾਏਗਾ, ਜਿੰਨਾ ਲੰਬਾ ਹੋਈ ਜਾਏਗਾ, ਉਸ ਧਿਰ ਦੀ ਚੜ੍ਹਤ ਨਜ਼ਰ ਆਏ। ਉਹ ਤਾਂ ਕਿਰਪਾਨਾਂ ਫੜ ਕੇ ਫਿਰਨ ਲੱਗ ਪਏ ਨੇ। ਭਾਵੇਂ ਉਹ ਅਕਾਲੀ ਦਲ ਦਾ ਵਿਰੋਧ ਕਰਨ, ਭਾਵੇਂ ਉਹ ਅਕਾਲੀ ਦਲ ਦਾ ਘਰਾਓ ਕਰਨ, ਭਾਵੇਂ ਉਹ ਕਹਿਣ ਅਸੀਂ ਇਹਨਾਂ ਨੂੰ ਸਮਾਗਮਾਂ 'ਚ ਨਹੀਂ ਜਾਣ ਦੇਣਾ, ਕਾਂਗਰਸ ਦਾ ਨਾਂ ਤੱਕ ਨਾ ਲੈਣ, ਪਰ ਉਹਨਾਂ ਦਾ ਅਪਰ ਹੈਂਡ ਹੋ ਜਾਣਾ ਉਹ ਕਾਂਗਰਸ। ਦੈਟਸ ਵਾਈ ਕਿ ਵਿਧਾਨ ਸਭਾ ਦੀ ਕਾਰਵਾਈ, ਮੌਨਸੂਨ ਸੈਸ਼ਨ ਖਤਮ ਹੋਣ ਤੋਂ ਦੂਜੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਹੋਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਦੇ ਨੇ, ਔਰ ਰਾਜਨਾਥ ਹੋਰਾਂ ਦੇ ਕਹਿਣ ਦੇ ਉੱਤੇ ਇੱਕਦਮ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਫਿਕਸ ਹੁੰਦੀ ਆ, ਔਰ ਪ੍ਰਧਾਨ ਮੰਤਰੀ ਨਾਲ ਮੀਟਿੰਗ ਫਿਕਸ ਕਰਨ ਤੋਂ ਬਾਅਦ ਫੇਰ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ, ਔਰ ਉਸ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਉਂਦਾ ਕਿ ਮੈਂ ਖਾਲਿਸਤਾਨ ਪੱਖੀ ਨਹੀਂ ਆ।
ਸੋ ਉਹ ਆਪਣੇ ਵਿਛਾਏ ਹੋਏ ਜਾਲ 'ਚ ਖੁਦ ਵੀ ਕਿਤੇ ਨਾ ਕਿਤੇ ਫਸ ਰਹੇ ਨੇ, ਔਰ ਪੰਜਾਬ ਨੂੰ ਵੀ ਬਲਦੀ ਦੇ ਬੁੱਥੇ ਵੱਲ ਨੂੰ ਲਿਜਾਇਆ ਜਾ ਰਿਹਾ ਜੀ। ਤੁਸੀਂ ਬਿਲਕੁਲ, ਪੰਜਾਬ 'ਚ ਪ੍ਰੋਸਪੈਰਿਟੀ ਨਹੀਂ ਕਾਇਮ ਕਰ ਰਹੇ, ਤੁਸੀਂ ਆਪਣਾ ਪੋਲੀਟੀਕਲ ਪੱਤਾ ਖੇਡਣ ਲਈ ਦੂਸਰੀ ਪਾਰਟੀ ਨੂੰ ਕਿਲ ਕਰਨ ਵਾਸਤੇ ਤੁਸੀਂ ਪੰਜਾਬ ਨੂੰ ਦਾਅ 'ਤੇ ਲਾ ਰਹੇ ਹੋ, ਬਿਲਕੁਲ। ਪੰਜਾਬ ਦੀ ਬਲੀ ਲੈ ਰਹੇ ਹੋ। ਸੋ ਇਹ ਕੈਪਟਨ ਅਮਰਿੰਦਰ ਹੋਣਾ ਵਾਸਤੇ ਵੀ ਬੜਾ ਔਰ ਉਹ ਕਿਹੜੇ ਕਿੱਲੇ ਦੇ ਸਿਰ ਤੇ ਤਾਂਗੜਨਗੇ। ਜਸਵੀਰ ਬੀਜੇਪੀ ਕਦੋਂ ਚਾਹੇਗੀ ਕਿ ਕੈਪਟਨ ਅਮਰਿੰਦਰ ਹੋਣੀ ਜਿੱਤ ਕੇ ਨਿਕਲਣ? ਜੀ। ਔਰ ਸੋ ਇਹ ਬੜਾ ਪੇਚੀਦਾ ਮਾਮਲਾ ਬਣ ਗਿਆ ਹੈ ਇਹਦੇ ਪੰਜਾਬ 'ਚ। ਵਿੱਚ ਸਾਰੇ ਕਿਤੇ ਪੰਜਾਬ ਨੇ ਇੱਕ ਉਹ ਦੌਰ ਦੇਖਿਆ ਸੀ, ਔਰ ਜੇ ਜਸਵੀਰ ਇਹ ਬੇਅਦਬੀ ਵਾਲੇ ਮਾਮਲੇ ਇਸ ਤਰੀਕੇ ਨਾਲ ਚੱਲਦਾ ਰਿਹਾ ਕੰਮ, ਤੇ ਪੰਜਾਬ ਨੂੰ ਬੜੀ ਮੁਸ਼ਕਲ ਪੈ ਜਾਏਗੀ। ਯੂਥ ਜਿਹੜਾ ਆ ਉਹ ਇਸ ਵੇਲੇ ਗਰਮ ਆ, ਔਰ ਯੂਥ ਨੂੰ ਕਿਸ ਤੇ ਲਾਅ ਐਂਡ ਆਰਡਰ ਜਿਹੜਾ ਹੈ ਜੇ ਇੱਕ ਵਾਰ ਹੱਥਾਂ ਨੂੰ ਨਿਕਲ ਗਿਆ ਤੇ ਬੜੀ ਸਮੱਸਿਆ ਆਣੀ ਆ। ਇਹੋ ਹੀ ਕਾਰਨ ਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਬੜੇ ਤਰੀਕੇ ਨਾਲ ਖੇਲਣਾ ਪਏਗਾ, ਕਿਉਂਕਿ ਜੇ ਇਸ ਹੱਥੋਂ ਨਿਕਲ ਗਿਆ ਕੰਮ ਤੇ ਪ੍ਰੋਬਲਮ ਕ੍ਰੀਏਟ ਹੋ ਜਾਣੀ ਆ। ਕਿਉਂਕਿ ਜਦੋਂ ਜਸਵੀਰ ਆਪਾਂ ਦੇਖਦੇ ਪਏ ਆ, ਚਾਹੇ ਬੇਅਦਬੀ ਦੇ ਮਾਮਲੇ 'ਚ, ਚਾਹੇ ਜਦੋਂ ਫੂਲਕਾ ਹੋਣੀ ਇਹ ਬਿਆਨ ਦੇ ਦਿੰਦੇ ਨੇ ਵੀ ਮੈਂ ਅਸਤੀਫਾ ਦੇ ਦੇਵਾਂਗਾ, ਉਹਦੇ ਨਾਲ ਪਿੱਛੇ ਦੇਖੋ ਪਿੱਛੇ ਫੋਰਸਸ ਕਿਹੜੀਆਂ ਚੱਲ ਰਹੀਆਂ ਨੇ, ਔਰ ਇਹ ਸਾਰਾ ਕੁਝ ਕਾਂਗਰਸ ਨੂੰ ਲੱਗ ਰਿਹਾ ਸੀ ਵੀ ਅਸੀਂ ਜਿੱਤ ਗਏ ਆ। ਉਧਰ ਅਕਾਲੀ ਦਲ ਜਿਹੜਾ ਆ ਉਹ ਡਿਫੈਂਸਿਵ ਦੇ ਮੋਡ ਤੇ ਆ ਗਿਆ ਆ। ਪਰ ਜਸਵੀਰ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਉਹ ਬਿਲਕੁਲ ਠੀਕ ਹੈ। ਜਿਹੜੇ ਕਾਲੀ ਜੀ ਨੇ ਬੜਾ ਵਧੀਆ ਨੁਕਤਾ ਫੜਿਆ ਵੀ ਜਿਹੜੇ ਗਰਮ ਖਿਆਲੀਏ ਨੇ, ਖਾਸ ਕਰਕੇ ਕਿਤੇ ਨਾ ਕਿਤੇ ਜਿਹੜੀ ਮਿਸ਼ਨ 2020 ਵਾਲੀ ਜਿਹੜੀ ਟੋਨ ਆ ਉਹ ਵੀ ਕਿਤੇ ਨਾ ਕਿਤੇ ਖੜਕਦੀ ਆ, ਔਰ ਇਸ ਕਰਕੇ ਇਹ ਜਿਹੜਾ ਹੁਣ ਇਸ ਵੇਲੇ ਬੜਾ ਸੈਂਸਿਟਿਵ ਮੋਡ ਦੇ ਉੱਪਰ ਹੈ ਪੰਜਾਬ, ਔਰ ਬੜੇ ਤਰੀਕੇ ਨਾਲ ਇਸ ਚੀਜ਼ ਨੂੰ ਹੈਂਡਲ ਕਰਨਾ ਪਏਗਾ। ਇਹ ਤੋਂ ਪਾਰਟੀ ਤੋਂ ਵੀ ਉੱਪਰ ਉੱਠਣਾ ਪਏਗਾ ਹੁਣ ਥੋੜੇ ਕੁਝ ਇਹ ਬਿਸਾਤ ਜਿਹੜੀ ਹੈ ਉਹ ਸਿਆਸਤ ਦੀ ਵਿਛਾਈ ਹੋਈ ਹੈ। ਇਹ ਉਹ ਸ਼ਤਰੰਜ ਹੈ ਜਿਸ ਸ਼ਤਰੰਜ ਦੇ ਵਿੱਚ ਕਈ ਵਾਰ ਜਿਹੜਾ ਸਭ ਤੋਂ ਮਾੜਾ ਖਿਡਾਰੀ ਲੱਗਦਾ ਆ ਉਹਨੂੰ ਸ਼ਹਿ ਤੇ ਮਾਤ ਇਕੱਠੇ ਵਿਰੋਧੀ ਨੂੰ ਦਿੰਦਿਆਂ ਬਹੁਤਾ ਵਕਤ ਨਹੀਂ ਲੱਗਦਾ, ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਧੁਰੰਧਰ ਖਿਡਾਰੀ ਆਪਣੀ ਹੀ ਚੱਲੀ ਹੋਈ ਚਾਲ ਦੇ ਵਿੱਚ ਫਸਦੇ ਵੀ ਨਜ਼ਰ ਆਉਂਦੇ ਆ। ਹੁਣ ਇਸ ਬਿਸਾਤ ਦੇ ਉੱਤੇ ਕਿਹੜਾ ਪਿਆਦਾ, ਕਿਹੜਾ ਵਜ਼ੀਰ ਤੇ ਕਿਹੜਾ ਰਾਜਾ ਕਿਸ ਤਰੀਕੇ ਦੀ ਚਾਲ ਚੱਲ ਕੇ ਦੂਜੀ ਧਿਰ ਨੂੰ ਚਿੱਤ ਕਰਦਾ ਆ, ਜਾਂ ਫਿਰ ਇਸ ਸਿਆਸਤ ਦੇ ਵਿੱਚੋਂ ਜਿਹੜੀ ਧਿਰ ਦੀ ਜਿੱਤ ਹੁੰਦੀ ਹੈ ਉਹ ਜਿੱਤ ਕਿੰਨੀ ਕੁ ਲੋਕ ਪੱਖੀ ਹੋ ਨਿਕਲਦੀ ਹੈ, ਕਿੰਨਾ ਕੁ ਲੋਕ ਮੁੱਦਿਆਂ ਦਾ ਪੱਖ ਪੂਰਨ ਵਾਲੀ ਹੋ ਨਿਕਲਦੀ ਹੈ, ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਵੇਲਾ ਛੋਟੀ ਜਿਹੀ ਬ੍ਰੇਕ ਦਾ ਹੋਣ ਜਾ ਰਿਹਾ ਜੀ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਚੱਕ ਦੇ ਟੀਵੀ।